ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਰਵਿਦਾਸ ਜੀ ਕੀ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਮਕਾਰ ਸਤਿਗੁਰ ਪ੍ਰਸਾਦ। ਮਿਰਗ ਮੀਨ ਪਰਿੰਗ ਪਤੰਗ ਕੁਚਰ ਏਕ ਦੋਖ ਵਿਨਾਸ਼। ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਮਾਧੋ ਅਵਿਤਿਆ ਹਿਤ ਕੀਨ ਬਵੇਕ ਦੀਪ ਮਲੀਨ ਰਹਾਉ। ਤ੍ਰਿਗਿਦ ਜੋਨ ਅਚੇਤ ਸੰਭਵ ਪੁੰਨ ਪਾਪ ਆਸੋਚ। ਮਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ। ਕਾਲ ਫਾਸ ਅਵਧ ਲਾਗੇ ਕਛੂ ਨ ਚੱਲੇ ਉਪਾਏ। ਰਵਿਦਾਸ ਦਾਸ ਉਦਾਸ ਤਜ ਪਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਕੀ ਸਮਝਾਉਂਦੇ ਆ ਭਗਤ ਜੀ? ਭਗਤ ਜੀ ਸਮਝਾਉਂਦੇ ਨੇ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਜਿਵੇਂ ਹਿਰਨ ਨਾਦ ਦੇ ਉੱਪਰ ਸ਼ਿਕਾਰੀ ਉਹਨੂੰ ਧੁਨ 'ਤੇ ਮਗਨ ਕਰ ਲੈਂਦੇ ਨੇ ਔਰ ਇੰਨਾ ਮਗਨ ਹੋ ਜਾਂਦਾ ਹੈ ਪਿੱਛੇ ਦੀ ਆ ਕੇ ਉਹਨੂੰ ਫੜ ਲੈਂਦੇ ਨੇ, ਉਹਦੀ ਮੌਤ ਦਾ ਕਾਰਨ ਬਣਦਾ ਹੈ। ਉਹੀ ਭਗਤ ਜੀ ਸਮਝਾਉਂਦੇ ਆ। ਮੀਨ ਪਾਣੀ 'ਚ ਰਹਿੰਦੀ ਹੈ, ਪਰ ਜਦੋਂ ਕੋਈ ਲਾਲਚ ਦੇ ਵਿੱਚ ਜਿਵੇਂ ਉਹਨੂੰ ਫੜਦੇ ਨੇ ਸ਼ਿਕਾਰੀ, ਕੁੰਡੀ ਨੂੰ ਆਟਾ ਲਾ ਕੇ ਛੱਡਦੇ ਨੇ, ਉਹ ਫਸ ਜਾਂਦੀ ਹੈ। ਇਵੇਂ ਭੰਵਰਾ ਬਹੁਤ ਫੁੱਲ ਐਸੇ ਨੇ ਜਿਹੜੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ। ਦੇਖਦਾ ਇੱਕ ਮਰਿਆ ਪਿਆ ਹੁੰਦਾ ਪਹਿਲਾਂ, ਉਹਨੂੰ ਪਰੇ ਕਰਕੇ ਆਪ ਬਹਿ ਜਾਂਦਾ ਹੈ। ਸ਼ਾਮ ਉਹ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਵਿੱਚ ਹੀ ਉਹਦੀ ਮੌਤ ਹੋ ਜਾਂਦੀ ਹੈ। ਪਤੰਗਾ ਮਜਬੂਰ ਹੈ, ਜਦੋਂ ਲਾਈਟ ਜਲਦੀ ਹੈ ਨਹੀਂ ਰਹਿ ਸਕਦਾ, ਪਰ ਉਹਦੀ ਮੌਤ ਹੈ ਫਿਰ ਵੀ ਨਹੀਂ ਹਟਦਾ। ਕੁੰਚਰ ਹਾਥੀ ਹੰਤਣੀ ਦੀ ਅਕਾਲਬੂਤ ਬਣਾਉਂਦੇ ਨੇ, ਉਹਦਾ ਢਾਂਚਾ ਜਿਹੜਾ ਉਹਦਾ ਰੂਪ ਬਣਾ ਕੇ ਖੜਾ ਕਰ ਦਿੰਦੇ ਨੇ। ਬਸ ਆਉਂਦਾ ਹੈ, ਥੱਲੇ ਖਾਲੀ ਟੋਆ ਪੱਟਿਆ ਹੁੰਦਾ ਵਾ, ਉਹਦੇ ਵਿੱਚ ਡਿੱਗ ਪੈਂਦਾ, ਉਹਦੀ ਮੌਤ ਹੈ। ਸਤਿਗੁਰ ਜੀ ਆਪਾਂ ਨੂੰ ਸਮਝਾ ਰਹੇ ਨੇ ਪ੍ਰਮਾਣ ਦੇ ਕੇ। ਬਾਣੀ ਆਪਾਂ ਨੂੰ ਦੋ ਹੀ ਪੱਖ ਸਮਝਾਉਂਦੀ ਹੈ, ਦੋ ਹੀ ਪੱਖਾਂ ਦਾ ਆਪਾਂ ਨੂੰ ਗਿਆਨ ਦਿੰਦੀ ਹੈ। ਸੰਸਾਰੀ ਜੀਵ ਹੈ, ਆਪਾਂ ਨੂੰ ਇਹ ਗਿਆਨ ਹੁੰਦਾ ਹੀ ਨਹੀਂ। ਕਿਉਂ ਨਹੀਂ ਹੁੰਦਾ? ਜਦੋਂ ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਸਾਡੇ ਅੰਦਰ ਮਾਇਆ ਦਾ ਖੇਲ ਚੱਲ ਰਿਹਾ। ਜਦੋਂ ਜੀਵ ਜਨਮ ਲੈਂਦਾ ਹੈ, ਹੁਕਮ ਨਾਲੋਂ ਟੁੱਟਦਾ ਹੈ, ਭਵ ਸਾਗਰ 'ਚ ਆ ਜਾਂਦਾ ਹੈ, ਸਾਡੀ ਕੁਦਰਤ ਹੁਕਮ ਕਰਨੀ ਪਿੱਠ ਹੋ ਜਾਂਦੀ ਹੈ। ਨਾਮ ਸ਼ਕਤੀ ਨੂੰ ਅਸੀਂ ਟੁੱਟ ਜਾਂਦੇ ਹਾਂ। ਹੁਕਮ ਤਾਂ ਸਰਵ ਵਿਆਪੀ ਹੈ, ਪ੍ਰਤਪਾਲਕ ਹੈ, ਪਰ ਸਾਡੀ ਪਿੱਠ ਹੁੰਦੀ ਹੈ ਉੱਧਰ ਨੂੰ। ਭਾਈ ਜੀ ਨੇ ਸਮਝਾਇਆ ਵੀ ਇਹਨਾਂ ਵਿੱਚ ਤਾਂ ਇੱਕ ਦੋਖ ਹੈ, ਇਹਨਾਂ ਦੀ ਮੌਤ ਦਾ ਕਾਰਨ ਬਣਦਾ ਹੈ। ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਮਨੁੱਖਾ ਦੇ ਹੀ ਚਾਹ ਕੇ ਆਪਾਂ ਨੂੰ ਕਹਿੰਦੇ ਪੰਜ ਦੋਖ ਨੇ, ਫਿਰ ਇੱਥੇ ਕਾਹਦੀ ਆਸ ਆ? ਇਹ ਸਾਧ ਰੋਗ ਹੈ ਜਿਹਦੀ ਸਾਧਨਾ ਸਾਰਾ ਸੰਸਾਰ ਲੱਗਿਆ ਹੋਇਆ। ਪਿੱਛੇ ਤੋਂ ਜੋ ਆਪਾਂ ਪ੍ਰਚਲਿਤ ਮੱਤਾਂ ਕਰਦੇ ਆਏ ਹਾਂ, ਹਠ ਯੋਗ, ਤਪ ਯੋਗ, ਸਰੀਰ ਕਰਕੇ, ਧਰਮ ਕਰ, ਜਿੰਨੇ ਵੀ ਕਰਦੇ ਹਾਂ, ਸਾਧਨਾ ਕਰਦੇ ਹਾਂ, ਉਹ ਸਾਡੀ ਮਨਬੁੱਧੀ ਦੀ ਸੋਚ ਹੈ। ਭਗਤ ਜੀ ਤਾਂ ਐਂ ਸਮਝਾਉਂਦੇ ਨੇ ਅਸਾਧ ਹੁੰਦਾ ਜਿਹਦਾ ਇਲਾਜ ਨਹੀਂ ਸਾਧਨਾ, ਪਰ ਫਿਰ ਵੀ ਅਸੀਂ ਹਠ ਯੋਗ, ਤਪ ਯੋਗ ਕਰਦੇ ਹਾਂ। ਜਦੋਂ ਜਿਹੇ 'ਚ ਲੱਗੇ ਰਹਿੰਦੇ, ਜਾਨੂੰ ਸਮਾਂ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਅਸੀਂ ਕਿਹਦੇ ਨਾਲ ਜੁੜੇ ਰਹਿੰਦੇ ਹਾਂ? ਜੋ ਉਪਜਿਓ ਸੋ ਬਿਨ ਸਹਿ ਪਰੋ। ਅੱਜ ਕੇ ਕਾਲ ਸਾਨੂੰ ਗਿਆਨ ਹੁੰਦਾ ਹੀ ਨਹੀਂ ਹੈਗਾ। ਕੀ ਕਾਰਨ ਹੈ ਇਹਦਾ?
ਸਤਿਗੁਰ ਸਮਝਾਉਂਦੇ ਨੇ ਅੱਗੇ, ਮਾਧੋ ਅਵਿਦਿਆ ਹਿਤਕੀਨ। ਇਹ ਸੰਸਾਰੀ ਵਿਦਿਆ ਜਿਹੜੀ ਧਰਮ ਦੇ ਵਿੱਚ ਵੀ ਆ ਕੇ ਅਸੀਂ ਇਹਨੂੰ ਪੜ੍ਹਨ ਵਾਲੀ ਪ੍ਰਾਪਤੀ ਸਮਝਦੇ ਹਾਂ, ਸੰਸਾਰੀ ਭਾਵ ਸੰਸਾਰੀ ਅਰਥ ਲਾ ਦਿੰਦੇ ਹਾਂ। ਸੰਸਾਰੀ ਜੀਵਾਂ, ਸੰਸਾਰੀ ਸੋਚ ਹੈ ਇਹ ਜਿਹੜੀ ਬਾਣੀ ਹੈ, ਨਾਲੇ ਕਹਿੰਦੇ ਵੀ ਹੈ ਧੁਰਕੀ ਹੈ, ਫਿਰ ਵੀ ਅਸੀਂ ਇਹਨੂੰ ਸੰਸਾਰੀ ਵਿਦਿਆ ਨਾਲ ਜੋੜਦੇ ਹਾਂ। ਉਹਦੇ ਨਾਲ ਕੀ ਹੁੰਦਾ ਹੈ, ਜਿਹੜੇ ਸੰਸਾਰੀ ਸਾਡੇ ਰਿਸ਼ਤੇ ਨੇ ਸਰੀਰ ਕਰਕੇ, ਉਹਦੀ ਜਿਹੜੀ ਅਵਿਦਿਆ ਵਾ ਉਹ ਅਸੀਂ ਆਤਮਾ ਨਾਲ ਜੋੜ ਦਿੰਦੇ ਹਾਂ। ਤਾਈਓ ਤਾਂ ਆਪਾਂ ਕਿਰਾਏ ਪੈ ਗਏ, ਸਰੀਰ ਦੀ ਖੁਰਾਕ ਵੀ ਆਤਮਾ ਨਾਲ ਜੋੜਤੀ, ਆਤਮਾ ਦੀ ਖੁਰਾਕ ਸਰੀਰ ਨਾਲ ਜੋੜਤੀ, ਗਤੀ ਆਤਮਾ ਦੀ ਹੋਣੀ, ਸਰੀਰ ਦੀ ਕਰਨ ਲੱਗ ਗਏ। ਸਾਰੀ ਜਿਹੜੀ ਵਿਧੀ ਹੈ ਸੰਸਾਰ ਦੀ ਸਰੀਰ ਤੱਕ ਸਹਿਮਤ ਹੈ। ਭਗਤ ਜੀ ਸਮਝਾਉਂਦੇ ਆ, ਹਿਤਕੀਨ ਵਿਵੇਕ ਦੀ ਮਲੀਨ, ਜਿਹੜੀ ਮਲੀਨ ਹੋ ਗਈ ਸਾਡੀ ਵਿਵੇਕ ਬੁੱਧੀ ਪਿੱਛੇ ਆਪਾਂ ਵਿਚਾਰਿਆ ਭਗਤ ਜੀ ਦਾ ਸ਼ਬਦ ਹੀ, ਬੁੱਧੀ ਨਿਵਲ ਹੋ ਗਈ, ਮਨ ਦੀਆਂ ਇੱਛਾ ਇੰਨੀਆਂ ਵੱਧ ਗਈਆਂ, ਕਮਜ਼ੋਰ ਹੋ ਗਈ। ਹੁਣ ਇਹਨੇ ਆਤਮ ਗਿਆਨ ਲੈ ਕੇ ਫਿਰ ਵੱਲ ਵਾਲੀ ਬਣਨਾ ਹੈ, ਫਿਰ ਇਹ ਸੂਝਵਾਨ ਹੋ ਕੇ ਮਨ ਨੂੰ ਜਿੱਤਦੀ ਹੈ। ਮਨ ਜੀਤੇ ਜਗ ਜੀਤ, ਇਹ ਭਗਤੀ ਹੈ। ਪਰ ਭਗਤ ਜੀ ਸਮਝਾਉਂਦੇ ਆ, ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਸਾਧ ਜਾਮੇ ਤਾਂ ਕੀ ਕੇਤ ਆਕਾਸ਼। ਜੇ ਆਪਣੇ ਕੋਲ ਬੁੱਧੀ ਵੀ ਜ਼ਿਆਦਾ ਹੈ, ਸੰਸਾਰੀ ਲਾਸਟ ਪੌੜੀ 'ਤੇ ਆਪਾਂ ਆ ਗਏ ਤਾਂ ਦੁੱਖ ਵੀ ਤਾਂ ਪੰਜ ਨੇ। ਫਿਰ ਜਿਹੜੀ ਸੰਸਾਰੀ ਭਾਸ਼ਾ ਆਪਾਂ ਉਹਨੂੰ ਬਾਣੀ ਨਾਲ ਜੋੜੀ ਜਾਂਦੇ ਹਾਂ, ਆਤਮਾ ਦੇ ਰਿਸ਼ਤੇ ਫਿਰ ਕੀ ਹੋਏ, ਉਹ ਨਿਰਾਕਾਰ ਦੁਨੀਆ ਦੇ, ਉਹਨੂੰ ਵਿਚਾਰਨਾ ਸੀ ਆਪਾਂ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਚਾਰ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਣਾ ਵੀ ਜਿਹੜੇ ਆਤਮਿਕ ਰਿਸ਼ਤੇ ਨੇ, ਆਤਮ ਗਿਆਨ ਅਸੀਂ ਲੈਣਾ, ਉਹ ਤਾਂ ਸਾਨੂੰ ਗੁਰ ਸ਼ਬਦ 'ਚੋਂ ਮਿਲਣਾ ਵਾ। ਸੰਸਾਰੀ ਵਿਦਿਆ ਨਾਲ ਸਾਡੇ ਅੰਦਰ ਹੰਕਾਰ ਹੀ ਹੁੰਦਾ। ਦੇਖ ਲਓ ਨਿਗਾਹ ਮਾਰ ਕੇ, ਜੇ ਉੱਚੇ ਰੁਤਬੇ ਵੀ ਕੁਦਰਤ ਨੇ ਦਿੱਤੇ ਆਪਾਂ ਨੂੰ, ਵੱਡੇ ਵੱਡੇ, ਕੋਈ DC ਹੈ, ਕੋਈ SSP ਹੈ, ਕੋਈ MLA ਹੈ, ਸੰਸਾਰੀ ਕਿੱਡਾ ਵੀ ਉੱਚਾ ਰੁਤਬਾ, ਤੋਂ ਹੰਕਾਰ ਹੀ ਮਿਲਿਆ। ਇਹ ਹੰਕਾਰ ਦੀ ਦਵਾਈ ਹੈ। ਇਹ ਆਪਾਂ ਕਿਉਂ ਨਹੀਂ ਲੈਂਦੇ? ਆਪਾਂ ਨੂੰ ਇਹਦਾ ਗਿਆਨ ਨਹੀਂ ਹੈਗਾ। ਲੈਣ ਆਪਾਂ ਇਹੀ ਆਏ, ਕਿਸ ਕਾਰਨ ਤੁਮ ਜਗ ਆਏ ਪਾਈ, ਹੁਣ ਵੱਤੇ ਹਰ ਨਾਮ ਨਾ ਵੀਜਿਓ, ਅੱਗੇ ਭੁੱਖਾ ਕਿਆ ਖਾਏ। ਆਪਾਂ ਇਹ ਵਿਚਾਰਧਾਰਾ ਨਾਲ ਜੁੜਨਾ ਜੋ ਭਗਤ ਜੀ ਸਮਝਾਉਣਾ ਚਾਹੁੰਦੇ ਨੇ। ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ ਇਹ ਸੰਸਾਰ ਸਾਗਰ ਪਾਰ ਕਰ ਜੀਏ, ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਰਹਾਉ ਤ੍ਰਿਗਿਤ ਜੋਨ ਅਚੇਤ, ਸੰਭਵ ਪੁੰਨ ਪਾਪ ਅਸੋਚ। ਤੇ ਲੋਕਾਂ ਦਾ ਗਿਆਨ ਤ੍ਰਿਗਿਤ ਜੋਨ, ਟੇਢੀਆਂ ਜੂਨੀਆਂ ਨਹੀਂ, ਮਨੁੱਖਾ ਦੇਹੀ ਦੇ ਵਿੱਚ ਵੀ ਅਸੀਂ ਆ ਕੇ ਇਹ 3 ਗੁਣਾਂ ਦੇ ਵਿੱਚ ਲੱਗੇ ਰਹਿੰਦੇ ਹਾਂ। ਰਜਗੁਣ, ਸਤਗੁਣ, ਤਮਗੁਣ ਕਹੀਏ, ਇਹ ਸਭ ਤੇਰੀ ਮਾਇਆ। ਇਹਦਾ ਤਿਆਗ ਇਹੀ ਭਗਤੀ, ਸੰਸਾਰ ਦਾ ਤਿਆਗ ਇਹ ਭਗਤੀ ਹੈ। ਪਰ ਅਸੀਂ ਨਹੀਂ ਉਹ ਕਰਦੇ। ਅਸੀਂ ਉਹਦੇ ਵਿੱਚ ਜਦੋਂ ਜਿਹੇ 'ਚ ਲੱਗੇ ਰਹਿੰਦੇ ਹਾਂ, ਇਹਨੂੰ ਧਰਮ ਵੀ ਮੰਨਦੇ ਹਾਂ। ਤ੍ਰਿਗਿਤ ਜੋਨ ਅਚੇਤ, ਜਾਣਦੇ ਨਹੀਂ। ਸੰਭਵ ਪੁੰਨ ਪਾਪ ਸੋਚ, ਪੁੰਨ ਪਾਪ ਵਾਲੀ ਸੋਚ ਹੈ। ਦੇਖ ਲਓ ਵਿਚਾਰ ਕੇ ਆਪਾਂ, ਪੁੰਨ ਨਾਲ ਕੀ ਹੋਊ, ਪਾਪ ਨਾਲ ਕੀ ਹੋਊ। ਜੇ ਆਪਾਂ ਇਹ ਵਿਚਾਰਧਾਰਾ ਨਾਲ ਜੁੜਦੇ ਹਾਂ, ਸਤਿਗੁਰ ਕੀ ਸਮਝਾਉਂਦੇ, ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਕਹਿੰਦੇ ਤੇਰੀ ਹੁਕਮ 'ਚ ਹੁੰਦਾ ਹੀ ਕੁਛ ਨਹੀਂ, ਤੂੰ ਪਾਪ ਕਿਵੇਂ ਕਰਤਾ, ਤੂੰ ਕੁਛ ਲੈ ਕੇ ਹੀ ਨਹੀਂ ਆਇਆ, ਦਾਨ ਕਿਵੇਂ ਕਰਤਾ। ਇਹ ਵੀ ਆਪਾਂ ਵਿਚਾਰ ਕੇ ਦੇਖੀ, ਜਦੋਂ ਆਪਾਂ ਸੰਸਾਰ 'ਚ ਆਉਂਦੇ ਆਪਣੇ ਕੋਲ ਤਾਂ ਕੁਛ ਨਹੀਂ ਹੁੰਦਾ। ਉਹਦੀ ਕੁਦਰਤ ਦੀ ਰਹਿਮਤ ਨਾਲ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲਦੀ ਆ। ਫਿਰ ਆਪਾਂ ਉਹਨੂੰ ਹੀ ਦਾਨ ਦੇਣ ਲੱਗ ਜਾਂਦੇ। ਕਿਉਂ? ਕੋਈ ਸਾਡੀ ਸੋਚ ਜਿਹੜੀ ਪੁੰਨ ਪਾਪ ਵਾਲੀ ਆ ਨਾ, ਸੰਸਾਰੀ ਜੀਵ ਆ, ਇਹ ਤੋਂ ਆਪਾਂ ਉੱਪਰ ਉੱਠਣਾ ਵਾ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ, ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੀ, ਗੁਮਾਨ ਸਭ ਨਿਫਲ ਜਾਤ ਹੈ ਜੂੰ ਕੋ ਚਿਰ ਸਨਾਨ। ਫਿਰ ਗੱਲ ਤਾਂ ਉਹੀ ਰਹਿ ਗਈ। ਇਹਨੂੰ ਆਪਾਂ ਸਮਝਣਾ ਸੀ ਵਿਚਾਰਧਾਰਾ ਨਾਲ ਜੁੜ ਕੇ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ, ਮਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ। ਮਨੁੱਖਾ ਦੇਹ ਵੀ ਮਿਲੀ, ਲਾਸਟ ਪੌੜੀ ਵੀ ਆ, ਸੰਗਤ ਪੋਚ ਉਹੀ ਹੈ। ਫਿਰ ਪੁੰਨ ਪਾਪ ਵਾਲੀ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਫਿਰ ਹਿਸਾਬ ਦੇਣਾ ਪਊਗਾ ਭਾਈ। ਆਪਾਂ ਤਾਂ ਲੇਖਾ ਮੁਕਾਉਣ ਆਏ ਸੀ, ਆਪਾਂ ਵਧਾਈ ਜਾਂਦੇ ਹਾਂ। ਲੇਖਾ ਹੈ ਛੋੜ, ਅਲੇਖੇ ਛੂਟੇ। ਅਲੇਖ ਹੋਣਾ ਆਪਾਂ, ਹੁਕਮ ਦੇ ਵਿੱਚ ਆਉਣਾ, ਪਾਣੇ ਦੇ ਵਿੱਚ, ਫਿਰ ਆਪਣਾ ਛੁਟਕਾਰਾ ਹੋਣਾ ਵਾ। ਇਹੀ ਭਗਤੀ ਹੈ ਭਾਈ। ਜੀ ਜੰਤ ਜਹਾਂ ਜਹਾਂ ਲਗ, ਕਰਮ ਕੇ ਵਸ ਜਾਏ। ਕਰਮ ਤੋਂ ਭਾਵ ਕਿਰਪਾ। ਅਸੀਂ ਮੰਨਦੇ ਹਾਂ ਕਰਮ ਹੁੰਦਾ ਜਿਹੜਾ ਕਰਦੇ ਹਾਂ ਅਸੀਂ,
ਪਰ ਬਾਣੀ ਵਿੱਚ ਕਰਮ ਕਿਰਪਾ ਨੂੰ ਆਖਿਆ ਗਿਆ ਵਾ। ਸਾਰਿਆਂ 'ਤੇ ਕਿਰਪਾ ਕਰਦਾ ਉਹ, ਜਿੱਥੇ ਵੀ ਜੀਵ ਰਹਿੰਦੇ ਨੇ, ਜਿਹੜੀ ਜੂਨੀ 'ਚ ਵੀ ਰਹਿੰਦੇ ਨੇ, ਹੁਕਮ ਚੱਲਦਾ, ਉਹ ਕਿਰਪਾ ਕਰ ਰਿਹਾ ਵਾ। ਸਾਚੇ ਤੇ ਪਵਨਾ ਪਿਆ ਪਵਨੀ ਤੇ ਜਲ ਹੋਈ, ਜਲ ਤੇ ਤਰੈ ਭਵਨ ਸਾਜਿਆ, ਘਟ ਘਟ ਜੋਤ ਸੰਭੂ, ਜੋ ਸਾਰਿਆਂ ਦੇ ਵਿੱਚ ਹੈ ਤੇ ਜਿਹਦੀ ਖਾਤਰ ਉਹਨੇ ਸੰਸਾਰ ਸਾਜਿਆ, ਉਹ ਆਪਾਂ ਨਾਮ ਦੀ ਪ੍ਰਾਪਤੀ ਕਰਨੀ ਹੈ। ਸਾਰਾ ਕੁਛ ਤਾਂ ਉਹਨੇ ਬਣਾਇਆ, ਪਾਣੀ, ਹਵਾ, ਸਰੀਰ ਉਹਨੇ ਦਿੱਤਾ, ਪਰ ਸਾਡੀ ਸੋਚ ਸੰਗਤ ਸੰਸਾਰ ਵਾਲੀ ਆ, ਉਹੀ ਪਾਪ ਪੁੰਨ ਵਾਲੀ। ਇਹ ਤੋਂ ਆਪਾਂ ਉੱਪਰ ਉੱਠਣਾ, ਇਹ ਵਿਚਾਰਧਾਰਾ ਨਾਲ ਜੁੜ ਕੇ ਫਿਰ ਆਪਣਾ ਸੰਸਾਰ ਤੇ ਆਉਣਾ, ਸਫਲ ਹੋਣਾ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ, ਕਾਲ ਫਾਸ ਅਬਧ ਲਾਗੇ ਕਛੂ ਨਾ ਚਲੇ ਪਾਏ। ਜਿਹੜੀ ਅਸੀਂ ਵਿਧੀਆਂ ਕਰਦੇ ਹਾਂ, ਕਾਲ ਤੋਂ ਮੁਕਤ ਨਹੀਂ ਹੋ ਸਕਦੇ ਭਾਈ ਅਸੀਂ। ਚੌਪਈ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਸਗਲ ਕਾਲ ਕਾ ਕੀਆ ਤਮਾਸਾ ਹੈ। ਕਾਲ ਦਾ ਤਮਾਸਾ ਹੈ ਸਾਰਾ, ਇਹ ਤੋਂ ਬਚਣਾ ਆਪਾਂ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਾਂ ਆਪਦੇ ਘਰ ਪਹੁੰਚਣਾ ਵਾ। ਕਾਲ ਫਾਸ ਅਬਧ ਲਾਗੇ ਕਛੂ ਨਾ ਚਲੇ ਪਾਏ, ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਰਵਿਦਾਸ ਜੀ ਕਹਿੰਦੇ ਨੇ, ਮੈਂ ਦਾਸ ਹਾਂ, ਉਦਾਸ ਤਾਮ ਤਜ ਭਰਮ। ਇਹ ਭਰਮ ਅਗਿਆਨਤਾ ਵਧੀ ਜਾਂਦੀ ਹੈ। ਤਪਨ ਤਪ, ਤਪਾਂ ਦੇ ਤਪ, ਗੁਰ ਗਿਆਨ, ਇਹ ਤੇ ਤੁਹਾਡਾ ਭਰਮ ਜਾਣਾ ਵਾ। ਫਿਰ ਆਪਾਂ ਸਾਰੀ ਇਹ ਖੇਲ ਸਮਝ ਆਉਣੀ ਆ। ਭਰਮ ਸਾਡੇ ਅੰਦਰ ਬਣਿਆ ਰਹਿੰਦਾ, ਹਨੇਰਾ ਗੁਰਪ੍ਰਸਾਦ ਭਰਮ ਕਾ ਨਾਸ। ਜੀ ਆਪਾਂ ਇਹ ਵਿਚਾਰਧਾਰਾ ਨਾਲ ਜੁੜਦੇ ਹਾਂ। ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਤਪਾਂ 'ਚੋਂ ਤਪ ਕੀ ਹੈ? ਗੁਰ ਗਿਆਨ, ਗੁਰ ਸ਼ਬਦ ਦਾ। ਇਹ ਵਿਚਾਰਧਾਰਾ ਨਾਲ ਜੁੜਨਾ, ਗੁਰ ਕੇ ਚਰਨ ਬਾਣੀ ਨਾਲ ਜੁੜਨਾ। ਭਗਤ ਜਨ ਭੈ ਹਰਨ। ਭਗਤ ਜਨ ਕੀ ਕਰਦੇ ਨੇ? ਸੰਸਾਰ ਭੈ ਦਿੰਦਾ ਹੈ। ਭਗਤ ਜਨ ਪਹਿਲਾਂ ਆਪ ਪ੍ਰਾਪਤੀ ਕਰਦੇ ਨੇ, ਫਿਰ ਦੂਏ ਦੇ ਅੰਦਰੋਂ ਭੈ ਦੂਰ ਕਰਦੇ ਨੇ। ਭੈ ਹੀ ਤਾਂ ਕਾਲ ਹੈ ਭਾਈ, ਭੈ ਤੋਂ ਮੁਕਤੀ, ਚਿੰਤਾ ਤੋਂ ਮੁਕਤੀ। ਉਹ ਕੌਣ? ਉਹ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਗਿਆਨ ਦਾ ਸਮੁੰਦਰ, ਭਰਮ ਦਾ ਨਾਸ ਦਿੱਤਾ। ਇਹ ਆਪਾਂ ਕਮਾਈ ਕਰਨੀ ਹੈ। ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ। ਇਹ ਭੈ ਹਰਨ, ਕਲਮੇ ਹਰ ਕੋ ਨਾਮਾ ਪਰ ਰੋਜ਼ ਰਹਿਰਾਸ ਵੀ ਪੜ੍ਹਦੇ ਹਾਂ, ਕੀਰਤਨ ਸੋਲਾ ਵੀ ਪੜ੍ਹਦੇ ਹਾਂ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਉਹ ਕਿਰਪਾ ਲੈਣੀ ਆ ਆਪਾਂ ਭਗਤ ਜਨਾਂ ਦੇ ਪਿੱਛੇ ਚੱਲ ਕੇ। ਬੇਗਮਪੁਰਾ ਸ਼ਹਿਰ ਕੋ ਨਾ, ਉੱਥੇ ਪਹੁੰਚਣਾ। ਉੱਥੇ ਆਪਾਂ ਤਾਂ ਪਹੁੰਚਾਂਗੇ ਜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਆਪਣੀ ਮਨਬੁੱਧੀ ਦਾ ਵਿਸ਼ਾ ਨਹੀਂ, ਅਸੀਂ ਬਾਣੀ ਨੂੰ ਸਮਝ ਲਈਏ। ਸਾਡੀ ਤਾਂ ਪਕੜ ਤੋਂ ਹੀ ਪਰੇ ਹੈ। ਅਸੀਂ ਸੰਸਾਰੀ ਜੀਵ ਹਾਂ, ਉਹ ਮਾਇਆ ਤੋਂ ਪਰੇ ਹੈ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਕਦੇ ਵੀ ਨਹੀਂ ਉਹਦੀ ਕੋਈ ਪ੍ਰਾਪਤੀ ਕਰ ਸਕਦਾ ਆਪਦੀ ਮੱਤ ਨਾਲ। ਉਹਦੀ ਕਿਰਪਾ ਰਹਿਮਤ ਲੈਣੀ ਹੈ। ਵਿਚਾਰਧਾਰਾ ਨਾਲ ਜੁੜਨਾ ਆਪਾਂ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਜੋ ਭਗਤ ਜੀ ਆਪਾਂ ਨੂੰ ਸਮਝਾਉਣਾ ਚਾਹੁੰਦੇ ਆ। ਕਾਲ ਤੋਂ ਛੁਟਕਾਰਾ ਪਾਈਏ, ਮੁਕਤੀ ਲਈ ਆਪਦੇ ਘਰ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।